ਟੋਰਾਂਟੋ ਏਰੀਆ ਦੇ ਵਿੱਚ ਸੁਣਿਆ ਜਾਣ ਵਾਲਾ ਰੇਡੀਓ ਪ੍ਰੋਗਰਾਮ। ਸੋ ਮੇਰੇ ਨਾਲ ਇਸ ਸਮੇਂ ਹਰਚਰਨ ਗਰੋਵਰ ਜੀ ਜੁੜ ਚੁੱਕੇ ਨੇ, ਜਿਹੜੇ CPA CA ਨੇ ਔਰ ਬੜਾ ਲੰਮਾ ਸਮਾਂ ਇਹ ਪੜ੍ਹਾਉਂਦੇ ਵੀ ਰਹੇ ਨੇ ਅਕਾਊਂਟਿੰਗ। ਅਤੇ ਜੋ ਵੀ ਸਾਡੇ ਪ੍ਰਧਾਨ ਮੰਤਰੀ ਸਾਹਿਬ ਹਰ ਰੋਜ਼ 11 ਸਵਾ 11 ਵਜੇ ਆਪਣੀ ਕਾਟੇਜ ਤੋਂ ਬਾਹਰ ਨਿਕਲ ਕੇ ਅਨਾਊਂਸਮੈਂਟਸ ਕਰਦੇ ਨੇ ਕਿ ਵੱਖ-ਵੱਖ ਲੋਕਾਂ ਨੂੰ ਰਿਲੀਫ ਦੇਣ ਦੀ, ਔਰ ਉਹਨਾਂ ਦਾ ਐਨਾਲਿਸਿਸ ਥੋੜ੍ਹਾ ਜਿਹਾ ਅਤੇ ਉਹ ਕਿੱਦਾਂ ਤੁਸੀਂ ਅਪਲਾਈ ਕਰ ਸਕਦੇ ਹੋ ਉਹਦੇ ਬਾਰੇ 'ਚ ਲਗਾਤਾਰ ਮੇਰੇ ਨਾਲ ਹਰਚਰਨ ਗਰੋਵਰ ਜੀ ਗੱਲਬਾਤ ਕਰਦੇ ਰਹਿੰਦੇ ਨੇ। ਅੱਜ ਜਿਹੜੀ ਅਸੀਂ ਗੱਲਬਾਤ ਕਰਨੀ ਆ ਉਹ ਹੈ ਸਾਡੇ ਜਿਹੜੇ ਕਾਰੋਬਾਰ ਨੇ, ਸਾਡੇ ਜਿਹੜੇ ਬਿਜ਼ਨਸ ਅਦਾਰੇ ਨੇ, ਉਹਨਾਂ ਨੂੰ ਜਿਹੜੀ ਵੇਜ ਸਬਸਿਡੀ ਮਿਲਣੀ ਅੱਜ ਉਹ ਸ਼ੁਰੂ ਹੋਵੇਗੀ ਅਤੇ ਨਾਲ ਦੀ ਨਾਲ ਜਿਹੜੀ ਲੀਜ਼ ਦੇ ਰੈਂਟ ਦੀ ਜਿਹੜੀ ਰਾਹਤ ਦਿੱਤੀ ਜਾਣੀ ਆ ਉਹ ਕਿਵੇਂ ਅਪਲਾਈ ਕਰਨੀ ਹੈ ਅਤੇ ਕਿਵੇਂ ਸਾਰਾ ਕੁਝ ਕੰਮ ਕਰਦਾ। ਗਰੋਵਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਥੈਂਕ ਯੂ ਵੈਰੀ ਮਚ ਜਗਦੀਸ਼ ਜੀ। ਮੇਰੀ ਤਰਫੋਂ ਸਾਰੇ ਲਿਸਨਰਸ ਨੂੰ ਸਤਿ ਸ੍ਰੀ ਅਕਾਲ ਜੀ। ਗੁੱਡ ਮਾਰਨਿੰਗ ਜੀ। ਜੀ ਗੁੱਡ ਮਾਰਨਿੰਗ ਗਰੋਵਰ ਸਾਹਿਬ। ਸਭ ਤੋਂ ਪਹਿਲਾਂ ਤਾਂ ਆਪਾਂ ਗੱਲਬਾਤ ਕਰੀਏ ਵੇਜ ਸਬਸਿਡੀ ਲਈ ਅਪਲਾਈ ਕਰਨ ਦੀ, ਜਿਹੜੀ ਅੱਜ ਤੋਂ ਸ਼ੁਰੂਆਤ ਹੋ ਜਾਵੇਗੀ। ਜੀ ਅੱਜ ਤੋਂ ਗਵਰਨਮੈਂਟ ਨੇ ਜਿਹੜੀ ਹੈਗੀ ਹੈ ਜੀ ਵੇਜ ਸਬਸਿਡੀ ਜਿਹੜੀ ਹੈਗੀ ਹੈ ਉਹ ਸਟਾਰਟ ਕਰ ਦਿੱਤੀ ਹੈਗੀ ਹੈ। ਤੇ ਇਹਨੂੰ ਅਪਲਾਈ ਜਿਹੜਾ ਕਰਨਾ ਹੈਗਾ ਉਹ ਜਾਂ ਤੇ ਤੁਸੀਂ ਮਾਈ ਬਿਜ਼ਨਸ ਅਕਾਊਂਟ ਦੇ ਅੰਦਰ ਜਾ ਕੇ ਇਹਨੂੰ ਅਪਲਾਈ ਕਰਨਾ ਹੈਗਾ, ਜਾਂ ਤੁਸੀਂ ਆਪਣੇ ਅਕਾਊਂਟੈਂਟ ਦੇ ਥਰੂ ਅਪਲਾਈ ਕਰ ਸਕਦੇ ਹੈਗੇ ਹੋ। ਬਟ ਮੋਸਟਲੀ ਜਿਹੜੇ ਹੈਗੇ ਆ ਅਗਰ ਤੁਸੀਂ ਅਪਲਾਈ ਕਰਨਾ, ਕਿਉਂਕਿ ਇਹਦੇ ਵਿੱਚ ਕੀ ਹੈਗਾ ਕਿ ਤੁਹਾਨੂੰ ਐਜ਼ ਅ ਬਿਜ਼ਨਸ ਓਨਰ ਜਿਹੜੀ ਹੈ ਇੱਕ ਅਟੈਸਟੇਸ਼ਨ ਦੇਣੀ ਹੈਗੀ ਹੈ ਕਿ ਤੁਸੀਂ ਜਿਹੜੀ ਸਬਸਿਡੀ ਕਲੇਮ ਕਰਨੀ ਹੈਗੀ ਹੈ ਉਹ ਠੀਕ ਹੈਗੀ ਹੈ। ਤੇ ਮੋਸਟ ਪ੍ਰੋਬੈਬਲੀ ਜਿਹੜੇ ਹੈਗੇ ਇਹਦੇ ਵਿੱਚ ਬਿਜ਼ਨਸ ਓਨਰ ਨੂੰ ਅਟੈਸਟ ਕਰਨਾ ਪੈਣਾ ਹੈ। ਇਹਦੇ ਵਿੱਚ ਮੈਂ ਥੋੜਾ ਜਿਹਾ ਮੈਂਸ਼ਨ ਕਰਦਾ ਕਿ ਸਬਸਿਡੀ ਹੈ ਕੀ ਹੈਗੀ ਹੈ। ਸਬਸਿਡੀ ਇਹ ਹੈਗੀ ਕਿ ਜਿਵੇਂ ਪਿੱਛੇ ਕਾਫੀ ਵੱਡੇ ਲੈਵਲ ਦੇ ਉੱਤੇ ਲੇ ਆਫ ਹੋ ਗਿਆ ਸੀ, ਤੇ ਉਹ ਲੇ ਆਫ ਨੂੰ ਅਵੋਇਡ ਕਰਨ ਦੇ ਲਈ ਗਵਰਨਮੈਂਟ ਨੇ ਕਿਹਾ ਸੀ ਕਿ ਜੇ ਤੁਸੀਂ ਆਪਣੇ ਇੰਪਲੋਈਜ਼ ਨੂੰ ਹਾਇਰ ਕਰ ਲਓ ਵਾਪਿਸ, ਜਾਂ ਤੁਸੀਂ ਨਵੇਂ ਵੀ ਅਗਰ ਇੰਪਲੋਈ ਹਾਇਰ ਕਰਨੇ ਹੈਗੇ ਉਹਦੇ ਵਿੱਚ, ਤਾਂ ਤੁਸੀਂ ਅਗਰ ਹਾਇਰ ਕਰ ਲਓ ਤਾਂ ਤੁਹਾਨੂੰ ਜਿਹੜੀ ਹੈਗੀ ਹੈ ਉਹ ਮਾਰਚ 15 ਤੋਂ ਲੈ ਕੇ ਜੂਨ 6 ਤੱਕ, ਯਾਨੀ ਕਿ 3 ਮਹੀਨੇ, ਮਾਰਚ ਉਹਨੂੰ ਅਗਰ ਰੈਫਰੈਂਸ ਪੀਰੀਅਡ ਕੀਤਾ ਜਾਏ, ਮਾਰਚ ਅਪ੍ਰੈਲ ਔਰ ਮਈ ਦੇ ਮਹੀਨੇ ਦੀ ਜਿਹੜੀ ਹੈ ਤੁਹਾਨੂੰ ਉਹ ਸਬਸਿਡੀ ਦਿੱਤੀ ਜਾਏਗੀ। ਉਹ ਸਬਸਿਡੀ ਜਿਹੜੀ ਹੈਗੀ ਉਹ ਅਪ ਟੂ 75% ਆਫ ਦੀ ਰੈਮਿਨਰੇਸ਼ਨ ਹੈਗੀ ਹੈ ਜਿਹੜੀ ਤੁਸੀਂ ਆਪਣੀ ਇੰਪਲਾਈ ਨੂੰ ਵੇਜਿਸ ਦਿੰਦੇ ਹੈਗੇ ਹੋ। ਉਹ ਅਪ ਟੂ 75% ਤੱਕ ਤੁਸੀਂ ਉਹ ਸਬਸਿਡੀ ਕਲੇਮ ਕਰ ਸਕਦੇ ਹੋ। ਉਹਦੇ ਵਿੱਚ ਮੈਕਸਿਮਮ ਜਿਹੜੀ ਰਿਸਟ੍ਰਿਕਸ਼ਨ ਹੈਗੀ ਹੈ ਉਹ ਪਰ ਵੀਕ $847 ਹੈਗੀ ਹੈ, ਯਾਨੀ ਤੁਸੀਂ ਆਰਾਮ ਦੇ ਨਾਲ $3400 ਦੇ ਕਰੀਬ ਜਿਹੜਾ ਹੈਗਾ ਤੁਸੀਂ ਮਹੀਨੇ ਦਾ 4 ਹਫ਼ਤੇ ਦਾ ਜਿਹੜਾ ਹੈਗਾ 3390 ਬੰਦਾ ਹੈਗਾ, ਤੇ ਉਹ ਤੁਸੀਂ ਕਲੇਮ ਐਜ਼ ਏ ਸਬਸਿਡੀ ਕੀਤੀ ਜਾ ਸਕਦੀ ਹੈ। ਸਬਸਿਡੀ ਦੇ ਲਈ ਉਹਦੀ ਉਹਨਾਂ ਨੇ ਕੰਡੀਸ਼ਨ ਸਿਰਫ ਇੱਕੋ ਹੀ ਰੱਖੀ ਸੀ ਕਿ ਤੁਹਾਡੀ ਰੈਵਨਿਊ ਜਿਹੜੀ ਹੈਗੀ ਉਹ 15% ਦੀ ਡ੍ਰੌਪ ਹੋਣੀ ਚਾਹੀਦੀ ਹੈ ਮਾਰਚ ਵਿੱਚ, ਔਰ 30% ਦੇ ਅੰਦਰ ਅਪ੍ਰੈਲ ਔਰ ਮਈ ਦੇ ਅੰਦਰ। ਉਹਨਾਂ ਨੇ ਕਾਫੀ ਸਾਰੇ ਕ੍ਰਾਈਟੀਰੀਆ ਰੱਖੇ ਨੇ ਉਹਦੇ ਵਿੱਚ। ਤੁਸੀਂ ਇਹ ਜ਼ਰੂਰੀ ਨਹੀਂ ਹੈਗਾ ਕਿ ਅਗਰ ਤੁਹਾਡਾ ਬਿਜ਼ਨਸ ਨਵਾਂ ਹੈਗਾ, ਯਾਨੀ ਪਿਛਲੇ ਸਾਲ ਮਾਰਚ ਅਪ੍ਰੈਲ ਦੇ ਅੰਦਰ ਤੁਹਾਡੇ ਕੋਲ ਰੈਵਨਿਊ ਨਹੀਂ ਸੀ, ਤਾਂ ਵੀ ਤੁਸੀਂ ਸਬਸਿਡੀ ਦੇ ਲਈ ਐਲੀਜੀਬਲ ਹੋ ਸਕਦੇ ਹੈਗੇ ਹੋ, ਪ੍ਰੋਵਾਈਡਡ ਕਿ ਤੁਹਾਡੀ ਰੈਵਨਿਊ ਜਿਹੜੀ ਹੈ ਕੰਪੈਰੀਜ਼ਨ ਵਿੱਚ ਜਨਵਰੀ ਔਰ ਫਰਵਰੀ ਦੇ ਕੰਪੈਰੀਜ਼ਨ ਦੇ ਵਿਚਕਾਰ ਅਗਰ ਉਹ ਕਮ ਹੋ ਗਈ ਹੈ ਜੀ। ਤੇ ਔਰ ਜਿਹੜੀ ਹੈ ਅੱਜ ਤੋਂ ਉਹਨਾਂ ਨੇ ਐਪਲੀਕੇਸ਼ਨ ਸ਼ੁਰੂ ਕਰ ਦਿੱਤੀ ਹੈਗੀ ਹੈ। ਤੁਸੀਂ ਆਨਲਾਈਨ ਜਾ ਕੇ ਜਾਂ ਆਪਣਾ ਜਿਹੜਾ ਹੈਗਾ ਜਿਹੜੀ ਹੈਗੀ ਆ ਉਹ ਸਬਸਿਡੀ ਕਲੇਮ ਕੀਤੀ ਜਾ ਸਕਦੀ ਹੈ। ਇਹਦੇ ਵਿੱਚ ਇੱਕ ਪੁਆਇੰਟ ਜਿਹੜਾ ਮੈਂਸ਼ਨ ਕਰਨ ਵਾਲਾ ਇਹ ਵੀ ਹੈਗਾ ਕਿ ਕਈ ਜਿਹੜੇ ਕੰਪਨੀ ਦੇ ਇੰਪਲੋਈਜ਼ ਹੈਗੇ ਆ ਜਿਨ੍ਹਾਂ ਨੇ ਆਲਰੇਡੀ ਸਰਬ ਬੈਨੀਫਿਟ ਕਲੇਮ ਕਰ ਲਿਆ, ਔਰ 2000 ਦਾ ਜਿਹੜਾ ਬੈਨੀਫਿਟ ਉਹਨਾਂ ਨੇ ਕਲੇਮ ਕਰ ਲਿਆ ਹੈਗਾ ਉਹਨਾਂ ਨੇ ਆਲਰੇਡੀ ਜੀ, ਕਿ ਉਹ ਇੰਪਲਾਈ ਵੀ ਇਹਦੇ ਵਿੱਚ ਐਲੀਜੀਬਲ ਹੈਗੇ ਆ, ਮਤਲਬ ਕਿ ਆਪਣੇ ਆਪ ਅਗਰ ਕੰਪਨੀ ਉਹਨਾਂ ਨੂੰ ਦੁਬਾਰਾ ਰੀਹਾਇਰ ਕਰ ਲੈਂਦੀ ਹੈਗੀ। ਤੇ ਗਵਰਨਮੈਂਟ ਨੇ ਕਲੀਅਰ ਕੀਤਾ ਹੈ ਕਿ ਹਾਂ, ਅਗਰ ਕਿਸੇ ਇੰਪਲਾਈ ਨੇ ਅਗਰ ਆਲਰੇਡੀ ਸਿਰਫ 2000 ਦਾ ਬੈਨੀਫਿਟ ਕਲੇਮ ਕਰ ਲਿੱਤਾ ਹੈਗਾ, ਅਗਰ ਉਹਨੂੰ ਜੌਬ ਮਿਲ ਰਹੀ ਹੈਗੀ ਹੈ, ਔਰ ਇਹ ਵੀ ਹੈਗਾ ਕਿ ਤੁਸੀਂ ਉਹਨੂੰ ਬੈਕ ਡੇਟ ਤੋਂ ਵੀ ਹਾਇਰ ਕਰ ਸਕਦੇ ਹੈਗੇ ਹੋ ਐਜ਼ ਏ ਇੰਪਲੋਇਰ, ਔਰ ਬੈਕ ਡੇਟ ਤੋਂ ਅਗਰ ਹਾਇਰ ਕਰਨਾ ਹੈ ਉਹਨੂੰ ਤੇ ਤੁਹਾਨੂੰ ਜਿਹੜਾ ਹੈਗਾ ਜੋ ਵੀ ਉਹਦੀ ਵੇਜਿਸ ਹੈਗੀ ਹੈ ਉਹਦੀ ਸਬਸਿਡੀ 75% ਤੁਸੀਂ ਕਲੇਮ ਕਰ ਸਕਦੇ ਹੈਗੇ ਹੋ। ਕੁਐਸਚਨ ਇਹ ਆਉਂਦਾ ਹੈ ਕਿ ਵੀ ਜਦੋਂ ਤੁਸੀਂ ਸਬਸਿਡੀ ਕਲੇਮ ਕਰ ਲਈ ਤੇ ਉਸ ਬੰਦੇ ਨੇ, ਅਗਰ ਇੰਪਲੋਈ ਨੇ ਆਲਰੇਡੀ 2000 ਦਾ ਬੈਨੀਫਿਟ ਲਿਆ ਹੋਇਆ ਹੈ, ਤਾਂ ਉਹ ਡਬਲ ਡਿਪਿੰਗ ਹੋਏਗੀ। ਬਟ ਇਹਦੇ ਵਿੱਚ ਉਸ ਬੰਦੇ ਨੂੰ ਕੀ ਕਰਨਾ ਹੈਗਾ, ਇਸ ਇੰਡੀਵਿਜੂਅਲ ਨੂੰ, ਇੰਪਲੋਈ ਨੂੰ, ਉਹ 2000 ਦਾ ਜਿਹੜਾ ਬੈਨੀਫਿਟ ਉਹਨੇ ਲਿਆ ਉਹਨੂੰ ਗਵਰਨਮੈਂਟ ਨੂੰ ਵਾਪਿਸ ਕਰਨਾ ਪੈਣਾ ਹੈਗਾ। ਠੀਕ ਹੈ ਜੀ। ਤੇ ਉਹ ਉਸ ਤਰੀਕੇ ਦੇ ਨਾਲ ਵੀ ਤੁਸੀਂ ਬੈਕ ਡੇਟ ਵੀ ਕਰ ਸਕਦੇ ਹੈਗੇ ਹੋ ਇਹਦੇ ਵਿੱਚ, ਤੇ ਤੁਸੀਂ ਅਗਰ ਆਪਣੇ ਆਪ ਨੂੰ ਸੈਲਰੀ ਵੀ ਦੇ ਰਹੇ ਹੋ ਕੰਪਨੀ 'ਚ ਤਾਂ ਵੀ ਤੁਸੀਂ ਆਪਣੀ ਸਬਸਿਡੀ ਜਿਹੜੀ ਹੈਗੀ ਹੈ ਉਹ ਵੀ ਕਲੇਮ ਕਰ ਸਕਦੇ ਹੈਗੇ ਜੀ। ਗਰੋਵਰ ਸਾਹਿਬ, ਤੁਹਾਡਾ ਕੀ ਐਨਾਲਿਸਿਸ ਹੈ ਕਿ ਇਹ ਇੱਕ ਵਧੀਆ ਪ੍ਰੋਗਰਾਮ ਹੈ ਕਿ ਇਸ ਦੇ ਨਾਲ ਲੋਕ ਵਾਪਸ ਕੰਮਾਂ ਦੇ ਉੱਤੇ ਜਾਣੇ ਸ਼ੁਰੂ ਹੋ ਜਾਣਗੇ, ਕਿ ਹਾਇਰ ਕਰਕੇ ਰੱਖਣਗੀਆਂ ਕੰਪਨੀਆਂ,
ਜੇ ਉਹਨਾਂ ਨੂੰ 25% ਵੀ ਕੰਮ ਉਹਨਾਂ ਦੇ ਜੇ ਖੁੱਲਿਆ ਨਹੀਂ ਗਾ, ਜਿਹੜੇ ਤਾਂ ਬਿਜ਼ਨਸ ਖੁੱਲੇ ਨੇ ਇਸ ਸਮੇਂ ਕੰਮ ਕਰ ਰਹੇ ਨੇ, ਉਹਨਾਂ ਦੀ ਜ਼ਿਆਦਾਤਰ ਅਸੈਂਸ਼ੀਅਲ ਸਰਵਿਸ ਵਾਲੇ ਜਿਹੜੇ ਬਿਜ਼ਨਸ ਨੇ ਉਹ ਖੁੱਲੇ ਨੇ। ਜੇਕਰ ਅਸੀਂ ਦੇਖ ਰਹੇ ਹਾਂ ਤਾਂ ਅਸੈਂਸ਼ੀਅਲ ਸਰਵਿਸ ਤੇ ਜਿੰਨੇ ਵੀ ਬਿਜ਼ਨਸ ਨੇ ਉਹਨਾਂ ਦੀ ਇਨਕਮ ਵਧੀ ਆ, ਉਹਨਾਂ ਦੀ ਇਨਕਮ ਘਟੀ ਨਹੀਂ ਗੀ। ਉਹ ਉਹਨਾਂ ਦੇ ਜ਼ਿਆਦਾ ਇਸ ਸਮੇਂ ਕੰਮ ਆ ਜਿਹੜਾ ਉਹ ਚੱਲ ਰਿਹਾ ਵਾ ਅਸੈਂਸ਼ੀਅਲ ਸਰਵਿਸ ਵਾਲੇ ਜਿੰਨੇ ਵੀ ਪ੍ਰੋਡਕਟਸ ਨੇ ਉਹਨਾਂ ਦੇ ਉੱਤੇ, ਤੇ ਜਿਹੜੇ ਨਾਨ ਅਸੈਂਸ਼ੀਅਲ ਸਰਵਿਸਿਜ਼ ਵਾਲੇ ਨੇ ਬਹੁਤ ਥੋੜੇ ਖੁੱਲੇ ਨੇ ਉਹ। ਔਰ ਡੂ ਯੂ ਥਿੰਕ ਇਹ ਇੱਕ ਗੁੱਡ ਪ੍ਰੋਗਰਾਮ ਆ? ਇਹਦੇ ਤੋਂ ਲੋਕਾਂ ਨੂੰ ਜਾਂ ਬਿਜ਼ਨਸਮੈਨਾਂ ਨੂੰ ਜਾਂ EMPLOYEES ਆ ਆਪਣੇ $2000 ਛੱਡ ਕੇ ਇਸ ਪਾਸੇ ਆਉਣਗੇ ਤੇ ਇਸ ਤਰ੍ਹਾਂ ਆਪਣੇ ਉਹ ਬੈਨੀਫਿਟ ਇਸ ਪਾਸੋਂ ਲੈਣਾ ਸ਼ੁਰੂ ਕਰਨਗੇ? ਨਹੀਂ, ਇਹਦੇ ਵਿੱਚ ਬਿਲਕੁਲ ਤੁਹਾਡਾ ਪੁਆਇੰਟ ਬਿਲਕੁਲ ਵੈਲਿਡ ਹੈਗਾ ਜੀ। ਔਰ ਇਹਦੇ ਵਿੱਚ ਕੀ ਹੈਗਾ ਕਿ ਇੱਕ ਬੈਲੈਂਸ ਦੀ ਜ਼ਰੂਰਤ ਸੀ, ਔਰ ਮੇਰੇ ਖਿਆਲ ਨਾਲ ਤੇ ਇਹੀ ਹੈਗਾ ਕਿ ਹੁਣ ਜਿਨ੍ਹਾਂ ਦਾ ਜਿੰਨੇ ਵੀ ਬਿਜ਼ਨਸ ਦੇ ਅੰਦਰ ਕੰਮ ਨਹੀਂ ਹੈਗਾ ਤੇ ਉਹਨਾਂ ਦਾ ਕੰਮ ਤੇ ਜਿਹੜਾ ਹੈਗਾ ਉਹ ਨਵੇਂ ਹਾਇਰ ਕਰਕੇ ਸਿਰਫ ਉਹਨਾਂ ਨੂੰ ਵੇਜਿਸ ਪੇ ਕੇ ਸਬਸਿਡੀ ਲੈ ਕੇ ਉਹ ਤੇ ਹੋਣਾ ਨਹੀਂ ਕਿ ਉਹਨਾਂ ਦਾ ਕੰਮ ਜਿਹੜਾ ਵੱਧ ਜਾਣਾ, ਇਹਦੇ ਨਾਲ ਕੋਈ ਬੈਨੀਫਿਟ ਤੇ ਉਹਨਾਂ ਨੂੰ ਹੋਣਾ ਨਹੀਂ। ਲੇਕਿਨ ਹਾਂ, ਉਹਨਾਂ ਦੀ ਕਾਸਟ ਜਿਹੜੀ ਹੈਗੀ ਹੈ 25% ਜਿਵੇਂ ਤੁਸੀਂ ਮੈਂਸ਼ਨ ਕੀਤਾ ਕਿ ਉਹ ਕਾਸਟ ਰਹਿਣੀ ਹੈਗੀ। ਔਰ ਦੂਜੀ ਤਰਫ ਜਿਹੜੇ ਬਿਜ਼ਨਸ ਆਲਰੇਡੀ ਚੱਲ ਰਹੇ ਹੈਗੇ ਜਿਨ੍ਹਾਂ ਨੂੰ ਕੋਈ ਇਫੈਕਟ ਨਹੀਂ ਹੈਗਾ, ਚਾਹੇ ਤੁਹਾਡੇ ਫੂਡ ਸਰਵਿਸ ਹੈਗਾ ਜਾਂ ਜਿਹੜੇ ਹੋਰ ਬਿਜ਼ਨਸਿਸ ਵਗੈਰਾ ਹੈਗੇ ਆ, ਤੇ ਉਹਨਾਂ ਦਾ ਬਿਜ਼ਨਸ ਤੇ ਵੈਸੇ ਹੀ ਚੱਲ ਰਿਹਾ ਹੈਗਾ, ਉਹ ਸਬਸਿਡੀ ਦੇ ਲਈ ਐਲੀਜੀਬਲ ਹੋ ਹੀ ਨਹੀਂ ਪਾਣਗੇ ਕਿਉਂਕਿ ਉਹਨਾਂ ਨੂੰ ਰੈਵਨਿਊ ਜਿਹੜੀ ਹੈ ਡਿਕਲਾਈਨ ਉਹ ਕਰ ਹੀ ਨਹੀਂ ਪਾਣਗੇ ਉਹਦੇ ਵਿੱਚ। ਹੁਣ ਇਹਦੇ ਵਿੱਚ ਮੈਂ ਅਗਰ ਬੜੇ ਹਾਈ ਲੈਵਲ ਤੇ ਦੱਸਾਂ ਤੇ ਤੁਹਾਨੂੰ ਉਹ ਬੰਦਿਆਂ ਨੂੰ ਬੈਨੀਫਿਟ ਮਿਲੇਗਾ ਕਿ ਜਿਹੜੇ ਓਨਰ ਆਪਰੇਟਰ ਜਾਂ ਜੋ ਵੀ ਆਪਣੇ ਕੰਪਨੀ ਦੇ ਓਨਰ ਸੀ ਉਹ ਆਪਣੀ ਸੈਲਰੀ ਕੱਢਦੇ ਸੀ ਜੀ, ਉਹ ਆਪਣੀ ਸੈਲਰੀ ਕੰਟੀਨਿਊਸਲੀ ਕੱਢਦੇ ਰਹਿਣਗੇ ਤੇ ਉਹਨਾਂ ਨੂੰ ਹੀ ਬੈਨੀਫਿਟ ਮਿਲੇਗਾ। ਐਕਚੁਅਲੀ ਤੁਹਾਡਾ ਬਿਜ਼ਨਸ ਚੱਲ ਰਿਹਾ ਨਹੀਂ ਚੱਲ ਰਿਹਾ ਉਹਦੇ ਨਾਲ ਉਹ ਫਰਕ ਨਹੀਂ ਪੈਣਾ ਉਹਨਾਂ ਨੂੰ, ਉਹ ਲੋਕਾਂ ਨੂੰ ਡੈਫੀਨੇਟਲੀ ਇਹਦੇ ਨਾਲ ਬੈਨੀਫਿਟ ਮਿਲ ਜਾਏਗਾ। ਬਟ ਹਾਂ, ਓਵਰਆਲ ਅਗਰ ਬਿਜ਼ਨਸ ਪੁਆਇੰਟ ਆਫ ਵਿਊ ਨੂੰ ਦੇਖਿਆ ਜਾਏਗਾ ਤੇ ਆਈ ਥਿੰਕ ਗਵਰਨਮੈਂਟ ਅਗਰ ਥੋੜੀ ਜਿਹੀ ਜਦੋਂ ਮਾਰਕੀਟ ਦੁਬਾਰਾ ਤੋਂ ਠੀਕ ਹੁੰਦੀ ਆ, ਜਦੋਂ ਥੋੜਾ ਸਿਚੁਏਸ਼ਨ ਸਟੈਬਲਾਈਜ਼ ਹੋਣ ਦੀ ਵਾਪਸ ਨਾਰਮਲਾਈਜ਼ ਹੁੰਦੀ, ਉਸ ਟਾਈਮ ਤੇ ਗਵਰਨਮੈਂਟ ਅਗਰ ਪ੍ਰਮੋਟ ਕਰਦੀ ਕਿ ਤੁਸੀਂ ਆਪਣੇ ਬੰਦਿਆਂ ਨੂੰ ਵਾਪਸ ਲੈ ਲਓ ਤੇ ਅਸੀਂ ਤੁਹਾਨੂੰ ਸਬਸਿਡੀ ਦੇਵਾਂਗੇ, ਤਾਂ ਉਸ ਟਾਈਮ ਤੇ ਇਕਨੋਮੀ ਨੂੰ ਵੀ ਕਾਫੀ ਵੱਡਾ ਬੂਸਟ ਮਿਲਣਾ ਸੀ ਇਸ ਟਾਈਮ ਦੇ ਉੱਤੇ, ਔਰ ਬਿਜ਼ਨਸ ਵੀ ਜਿਹੜਾ ਸੀ ਵਾਪਸ ਟਰੈਕ ਦੇ ਉੱਤੇ ਆ ਜਾਣਾ ਸੀ ਉਹਦੇ ਨਾਲ ਜੀ। ਪਰ ਹੁਣ ਇਟਸ ਨਾਟ ਐਟ ਦ ਰਾਈਟ ਮੋਮੈਂਟ ਕਿ ਹੁਣ ਜਿਹੜੀ ਇਹ ਸਬਸਿਡੀ ਦਾ ਐਲਾਨ ਕਰਨਾ ਜਾਂ ਬੈਕ ਡੇਟ ਤੇ ਜਾ ਕੇ ਸਬਸਿਡੀ ਦੇਣੀ। ਬਿਜ਼ਨਸ ਤਾਂ ਬੰਦ ਪਏ ਨੇ, ਬਿਜ਼ਨਸ ਤਾਂ ਖੋਲ ਨਹੀਂ ਰਹਿ ਗਏ। ਅਸੀਂ ਆਲ ਨਾਨ ਅਸੈਂਸ਼ੀਅਲ ਸਰਵਿਸਿਜ਼ ਬੰਦ ਕੀਤੀਆਂ ਹੋਈਆਂ ਨੇ ਤੇ ਬੇਸ ਸਬਸਿਡੀ ਤੁਸੀਂ ਬੈਕ ਡੇਟ ਦੇ ਵਿੱਚ ਜਾ ਕੇ ਦਿਓਗੇ, ਪਰ ਜਦੋਂ ਦੁਬਾਰਾ ਇਕਨੋਮੀ ਖੁੱਲਣੀ ਆ ਉਦੋਂ ਨੂੰ ਇਹ ਸਬਸਿਡੀ ਆ ਤੁਸੀਂ ਕਹਿੰਦੇ ਹੋ ਕਿ ਮਈ ਤੋਂ ਬਾਅਦ ਬੰਦ ਕਰਨੀ ਹੈ ਕਿ ਇਹਦੀ ਲਾਸਟ ਜਿਹੜੀ ਅਮਾਉਂਟ ਹੈਗੀ ਹੈ ਤੁਸੀਂ ਜੂਨ 6 ਤੱਕ ਕਲੇਮ ਕਰ ਸਕਦੇ ਹੈਗੇ ਜੀ। ਇਹਦੇ ਵਿੱਚ ਮਾਰਚ, ਅਪ੍ਰੈਲ, ਮਈ ਦੀ ਜਿਹੜੀ ਆ ਸਬਸਿਡੀ ਦਿੱਤੀ ਜਾਣੀ ਹੈ ਜੀ, ਔਰ ਮਾਰਚ 15 ਤੋਂ ਲੈ ਕੇ ਜੂਨ 6 ਤੱਕ ਦਾ ਪੀਰੀਅਡ ਕਵਰ ਹੁੰਦਾ ਉਸ ਸਬਸਿਡੀ ਦਾ। ਸੋ ਜੂਨ ਚ ਜਾ ਕੇ ਦੁਬਾਰਾ ਮਾਰਕੀਟ ਖੁੱਲਦੀ ਹੈ ਤੇ ਉਦੋਂ ਫਿਰ ਕੁਝ ਨਹੀਂ ਹੋਵੇਗਾ। ਉਸ ਤੋਂ ਬਾਅਦ ਫਿਰ ਜਾਂ ਤਾਂ ਗਵਰਨਮੈਂਟ ਨੂੰ ਦੁਬਾਰਾ ਫਿਰ ਇਸ ਚੀਜ਼ ਨੂੰ ਐਕਸਟੈਂਡ ਕਰਨਾ ਪਏਗਾ ਜਾਂ ਫਿਰ ਕੋਈ ਹੋਰ ਪ੍ਰੋਗਰਾਮ ਲੈ ਕੇ ਆਣਾ ਪਏਗਾ, ਕਿਉਂਕਿ ਉਸ ਟਾਈਮ ਜਿਹੜੀ ਹੈਗੀ ਹੈ ਇਕਨੋਮੀ ਦੀ ਜ਼ਿਆਦਾ ਜ਼ਰੂਰਤ ਹੈਗੀ। ਇਹ ਵੀ ਹੋ ਸਕਦਾ ਹੈ ਕਿ ਸਬਸਿਡੀ ਲੈ ਕੇ ਉਸ ਟਾਈਮ ਕੰਮ ਨਾ ਹੋਏ ਤੁਹਾਡੇ ਇਨੀਸ਼ੀਅਲ ਪੀਰੀਅਡ ਦੇ ਅੰਦਰ, ਫਿਰ ਦੁਬਾਰਾ ਲੇ ਆਫ ਕਰ ਦੇਣਾ ਜੀ। ਤੁਸੀਂ ਓਨਰ ਆਪਰੇਟਰ ਦੀ ਗੱਲ ਕੀਤੀ ਹੈ, ਕੀ ਇਹਦੇ 'ਚ ਜਿਹੜੇ ਟਰੱਕ ਆਪਰੇਟਰਸ ਨੇ ਉਹ ਇਨਕਲੂਡ ਹੁੰਦੇ ਨੇ ਇਹਦੇ 'ਚ, ਉਹ ਆਉਂਦੇ ਨੇ ਇਸ ਕੈਟਾਗਰੀ ਦੇ ਵਿੱਚ? ਦੇਖੋ, ਇਹਦੇ ਵਿੱਚ ਗਵਰਨਮੈਂਟ ਨੇ ਕੋਈ ਵੀ ਰਿਸਟ੍ਰਿਕਸ਼ਨ ਨਹੀਂ ਕੀਤੀ। ਇਹਦੇ ਵਿੱਚ ਇਹ ਹੈਗਾ ਕਿ ਕੋਈ ਵੀ ਬਿਜ਼ਨਸ ਅਗਰ ਉਹ ਪਬਲਿਕ ਇੰਸਟੀਟਿਊਸ਼ਨ ਨਹੀਂ ਹੈਗਾ ਔਰ ਉਹਦਾ ਅਗਰ ਐਲੀਜੀਬਲ ਉਹਦੇ ਕੋਲ EMPLOYEES ਹੈਗੇ ਨੇ ਤਾਂ ਉਹਦੇ ਵਿੱਚ ਬਿਜ਼ਨਸ ਸਬਸਿਡੀ ਦੇ ਲਈ ਐਲੀਜੀਬਲ ਹੈਗਾ। ਉਹਦੇ ਵਿੱਚ ਐਸ ਸੱਚ ਕੋਈ ਰਿਸਟ੍ਰਿਕਸ਼ਨ ਨਹੀਂ ਹੈਗੀ ਕਿ ਕੋਈ ਪਾਰਟਿਕੂਲਰ ਬਿਜ਼ਨਸ ਜਿਹੜਾ ਹੈਗਾ ਸਬਸਿਡੀ ਨੂੰ ਕਲੇਮ ਨਹੀਂ ਕਰ ਸਕਦਾ। ਬੇਸਿਕ ਕੰਡੀਸ਼ਨ ਇਹੀ ਹੈਗੀ ਹੈ ਕਿ ਤੁਸੀਂ ਤੁਹਾਡੇ ਕੋਲ EMPLOYEE ਹੋਣਾ ਚਾਹੀਦਾ ਹੈਗਾ, ਔਰ ਦੂਸਰਾ ਜਿਹੜਾ ਹੈਗਾ ਕਿ ਤੁਸੀਂ ਇੱਕ ਐਲੀਜੀਬਲ EMPLOYEE ਹੈਗੇ। ਐਲੀਜੀਬਲ ਦਾ ਮਤਲਬ ਸਿਰਫ ਇਹੀ ਹੈਗਾ ਕਿ ਵੀ ਤੁਸੀਂ ਆਪਣਾ ਜਿਹੜਾ ਹੈਗਾ ਉਸ ਸਬਸਿਡੀ ਨੂੰ ਕਲੇਮ ਕਰਨ ਦੇ ਲਈ ਤੁਸੀਂ ਉਹਨੂੰ ਪੇ ਕਰਨਾ ਹੈਗਾ, ਕਿ ਤੁਸੀਂ ਇੱਕ ਪੇਰੋਲ ਦਾ ਅਕਾਊਂਟ ਤੁਹਾਡੇ ਕੋਲ ਹੋਣਾ ਚਾਹੀਦਾ ਹੈਗਾ, ਔਰ ਤੁਸੀਂ ਜਿਹੜੀ ਹੈ ਇੱਕ ਐਕਸਪੀਰੀਅੰਸ ਕੀਤਾ ਹੈਗਾ ਰੈਵਨਿਊ ਦੇ ਅੰਦਰ ਡਿਕਲਾਈਨ ਦਾ, ਯਾਨੀ 15% ਔਰ 30% ਡਿਕਲਾਈਨ ਤੁਸੀਂ ਅਗਰ ਫੇਸ ਕੀਤਾ ਹੈਗਾ, ਔਰ ਤੁਸੀਂ ਇੱਕ ਐਪਲੀਕੇਸ਼ਨ ਪਾਣੀ ਹੈ। ਐਜ਼ ਲੌਂਗ ਐਜ਼ ਇਹ ਤਿੰਨ ਚੀਜ਼ਾਂ ਤੁਹਾਡੇ ਕੋਲ ਹੈਗੀਆਂ ਤਾਂ ਤੁਸੀਂ ਅਪਲਾਈ ਕਰ ਸਕਦੇ ਹੈਗੇ, ਉਹਦੇ 'ਚ ਕੋਈ ਜ਼ਰੂਰਤ ਨਹੀਂ ਹੈਗੀ। ਸਿਰਫ ਇਹ ਹੈਗਾ ਕਿ ਗਵਰਨਮੈਂਟ ਨੇ ਅਟੈਸਟੇਸ਼ਨ ਮੰਗੀ ਹੈ ਕਿ, ਔਰ ਉਹਨਾਂ ਨੇ ਇਹ ਵੀ ਨਾਲ ਕਲੈਰੀਫਾਈ ਕਰ ਦਿੱਤਾ ਹੈਗਾ ਕਿ ਵੀ ਇਹ ਜਿਹੜਾ ਬੈਨੀਫਿਟ ਤੁਸੀਂ ਕਲੇਮ ਕਰੋਗੇ ਇਹਨੂੰ ਤੁਸੀਂ ਮਿਸਯੂਜ਼ ਨਹੀਂ ਕਰਨਾ, ਕਿਉਂਕਿ ਉਹਦੇ ਵਿੱਚ ਕੀ ਹੈਗਾ ਕਿ ਜਦੋਂ ਤੁਸੀਂ ਐਪਲੀਕੇਸ਼ਨ ਕਰੋਗੇ ਕੁਝ ਕੇਸਿਸ ਦੇ ਅੰਦਰ ਤੇ ਉਹਨਾਂ ਨੇ ਪ੍ਰੋਸੈਸ ਕਰ ਦੇਣਾ ਹੈ, ਬਟ ਸੈਂਪਲ ਬੇਸਿਸ ਦੇ ਉੱਤੇ ਉਹਨਾਂ ਨੇ ਰਿਵਿਊ ਕਰਨਾ ਹੈ, ਮਤਲਬ ਤੁਹਾਨੂੰ ਸਬਸਿਡੀ ਦੇਣ ਤੋਂ ਪਹਿਲੇ ਹੀ ਰਿਵਿਊ ਕਰਨਾ ਹੈ ਉਹਨਾਂ ਨੇ, ਔਰ ਕੁਝ ਕੇਸਿਸ ਦੇ ਅੰਦਰ ਉਹਨਾਂ ਨੇ ਸਬਸਿਡੀ ਦੇਣ ਤੋਂ ਬਾਅਦ ਜਿਹੜੀ ਹੈ ਆਡਿਟ ਜਾਂ ਉਹਨਾਂ ਨੇ ਹੋਰ ਰਿਵਿਊ ਵਗੈਰਾ ਕਰਨਾ ਹੈਗਾ।
ਤੇ ਉਹਨਾਂ ਨੇ ਇਹ ਕਿਹਾ ਕਿ ਅਗਰ ਉਹਨਾਂ ਨੇ ਇਸ ਚੀਜ਼ ਨੂੰ ਅਗਰ ਕੋਈ ਉਹਨਾਂ ਨੂੰ ਆਈਡੀਆ ਹੁੰਦਾ ਜਾਂ ਕੋਈ ਐਸੀ ਚੀਜ਼ ਨੌਲੇਜ ਉਹਨਾਂ ਦੇ ਆਉਂਦੀ ਹੈ ਕਿ ਇਹਦੇ ਵਿੱਚ ਤੁਸੀਂ ਸਿਸਟਮ ਨੂੰ ਮਿਸਯੂਜ਼ ਕੀਤਾ ਹੈ ਜਾਂ ਕੋਈ ਫਰਾਡਲੈਂਟ ਇਨਫੋਰਮੇਸ਼ਨ ਕੀਤੀ ਹੈ, ਮਿਸਰੈਪਰੈਜ਼ੈਂਟੇਸ਼ਨ ਕੀਤਾ ਹੈ, ਤਾਂ ਉਹਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਇਹਦੇ ਵਿੱਚ ਤੁਹਾਨੂੰ 5 ਸਾਲ ਦੀ ਇੰਪ੍ਰਿਜ਼ਨਮੈਂਟ ਵੀ ਹੈਗੀ ਹੈ ਔਰ ਇੱਕ ਬੇਸਿਕ ਜਿਹੜੀ ਪੈਨਲਟੀ ਉਹਨਾਂ ਨੇ 25% ਦੀ ਲਗਾਈ ਹੈਗੀ ਹੈ ਔਰ ਦੂਜੀ ਜਿਹੜੀ ਹੈਗੀ ਹੈ ਕ੍ਰਾਸ ਨੈਗਲੀਜੈਂਸ ਪੈਨਲਟੀ ਜਿਹੜੀ ਕਿ ਅਪ ਟੂ 50% ਆਫ ਦੀ ਸਬਸਿਡੀ ਅਮਾਉਂਟ ਜਾ ਸਕਦੀ ਹੈ ਇਹਦੇ ਵਿੱਚ। ਜੀ, ਸੋ ਥੈਂਕ ਯੂ ਗਰੋਵਰ ਸਾਹਿਬ।